हाँ जी स्टूडेंट्स, लास्ट टाइम तुसी ऑर्बिट ते ऑर्बिटल ਦੇ ਵਿਚਕਾਰ ਡਿਫਰੈਂਸ ਦਾ ਕੁਐਸਚਨ ਕੀਤਾ ਤੇ ਨੈਕਸਟ ਜੋ ਅੱਜ ਟੌਪਿਕ ਡਿਸਕਸ ਕਰਾਂਗੇ ਉਹ ਹੈ ਸਾਡੇ ਕੋਲ ਕੁਆਂਟਮ ਨੰਬਰਸ, ਜਿਨ੍ਹਾਂ ਦੇ ਬਾਰੇ ਜੋ ਲੇਟੈਸਟ ਤੁਸੀਂ ਕੁਆਂਟਮ ਮਕੈਨੀਕਲ ਮਾਡਲ ਡਿਸਕਸ ਕੀਤਾ ਉਹਦੇ 'ਚ ਲਾਸਟ ਪੋਸਟੂਲੇਟ ਇਹੀ ਸੀ ਕਿ ਕੁਆਂਟਮ ਮਕੈਨੀਕਲ ਮਾਡਲ ਨੇ ਸਾਨੂੰ ਤਿੰਨ ਜਿਹੜੇ ਕਨਸਟੈਂਟਸ ਦਿੱਤੇ ਆ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਸੀ ਕੁਆਂਟਮ ਨੰਬਰਸ ਦਾ। ਤੇ ਤਿੰਨ ਕੁਆਂਟਮ ਨੰਬਰਸ ਜਿਹੜੇ ਆ ਉਹਨਾਂ ਦੇ ਨਾਲ ਇੱਕ ਹੋਰ ਚੌਥਾ ਜੋ ਹੈ ਕੁਆਂਟਮ ਨੰਬਰ ਉਹ ਵੀ ਡਿਸਕਸ ਕੀਤਾ ਗਿਆ ਜਿਹਨੂੰ ਸਪਿਨ ਕੁਆਂਟਮ ਨੰਬਰ ਦਾ ਨਾਮ ਦਿੱਤਾ ਜਾਂਦਾ ਹੈ, ਉਹ ਵੀ ਇੱਥੇ ਆਪਾਂ ਡਿਸਕਸ ਕਰਾਂਗੇ। ਸੋ ਲਿਖਿਆ ਹੋਇਆ ਇਹਦੇ 'ਚ ਟੂ ਡਿਸਕ੍ਰਾਈਬ ਈਚ ਇਲੈਕਟ੍ਰੋਨ ਇਨ ਐਨ ਐਟਮ ਇਨ ਡਿਫਰੈਂਟ ऑर्बिटल्स we need a set of 3 numbers known as quantum numbers। ਕਹਿੰਦੇ ਹਰ ਇੱਕ ਇਲੈਕਟ੍ਰੋਨ ਨੂੰ ਐਟਮ ਦੇ ਵਿੱਚ ਦਰਸਾਉਣ ਦੇ ਲਈ ਕਿ ਉਹ ਕਿਸ ऑर्बिटल ਦੇ ਵਿੱਚ ਪ੍ਰੈਜ਼ੈਂਟ ਹੈ, ਐਟਮ ਦੇ ਕਿਸ ऑर्बिटल ਦੇ ਵਿੱਚ, ਤਾਂ ਉਹਦੇ ਲਈ ਕਹਿੰਦੇ ਸਾਨੂੰ ਤਿੰਨ ਕੁਆਂਟਮ ਨੰਬਰਸ ਜਿਹੜੇ ਉਹਨਾਂ ਦੀ ਜ਼ਰੂਰਤ ਹੈ ਇੱਥੇ। ਤੇ ਇਹਨਾਂ ਕੁਆਂਟਮ ਨੰਬਰਸ ਜਿਹੜੇ ਆ ਉਹਨਾਂ ਨੂੰ ਨਾਮ ਦਿੱਤਾ ਗਿਆ ਇੱਥੇ ਐਨ ਐਲ ਤੇ ਐਮ ਦਾ। ਤੇ ਕੁਆਂਟਮ ਨੰਬਰਸ ਦੀ ਡੈਜ਼ਿਗਨੇਸ਼ਨ ਹੈ ਇਹ ਐਨ ਐਲ ਤੇ ਐਮ। ਇਨ ਐਡੀਸ਼ਨ ਟੂ ਥੀਸ 3 ਕੁਆਂਟਮ ਨੰਬਰਸ ਐਨ ਅਨਦਰ ਕੁਆਂਟਮ ਨੰਬਰ ਇਜ਼ ਆਲਸੋ ਰਿਕੁਆਇਰਡ which is used to specify the spin of an electron and it is designated by S। ਕਹਿੰਦੇ ਇਹਨਾਂ ਤਿੰਨ ਕੁਆਂਟਮ ਨੰਬਰਸ ਦੇ ਨਾਲ ਇੱਕ ਹੋਰ ਕੁਆਂਟਮ ਨੰਬਰ ਜਿਹੜਾ ਚੌਥਾ ਉਹਦੀ ਵੀ ਜ਼ਰੂਰਤ ਪਈ, ਜਿਹੜਾ ਕਿ ਇਲੈਕਟ੍ਰੋਨ ਦੇ ਸਪਿਨ ਦੇ ਬਾਰੇ ਦੱਸਦਾ ਸੀ ਕਿ ਇਲੈਕਟ੍ਰੋਨ ਦੀ ਡਾਇਰੈਕਸ਼ਨ ਜੋ ਹੈ ਸਪਿਨ ਕਿਸ ਪਾਸੇ ਹੈ, ਅਪਵਰਡ ਡਾਇਰੈਕਸ਼ਨ 'ਚ ਹੈ ਜਾਂ ਡਾਊਨਵਰਡ ਡਾਇਰੈਕਸ਼ਨ 'ਚ ਹੈ। ਤਾਂ ਉਸ ਕੁਆਂਟਮ ਨੰਬਰ ਨੂੰ ਨਾਮ ਦਿੱਤਾ ਗਿਆ ਸੀ ਸਪਿਨ ਕੁਆਂਟਮ ਨੰਬਰ ਦਾ, ਤੇ ਉਹਨੂੰ ਸਮੌਲ ਐਸ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ। ਇਹ ਵੀ ਜਿਹੜੇ ਇਹਨਾਂ ਨੂੰ ਵੀ ਕੁਆਂਟਮ ਨੰਬਰਸ ਨੂੰ ਸਮੌਲ ਲੈਟਰਸ ਦੇ ਨਾਲ ਹੀ ਇੱਥੇ ਡੈਜ਼ਿਗਨੇਟ ਕੀਤਾ ਜਾਂਦਾ ਹੈ, ਸਮੌਲ ਐਨ, ਸਮੌਲ ਐਲ ਤੇ ਸਮੌਲ ਐਮ। ਸੋ ਸਭ ਤੋਂ ਪਹਿਲਾਂ ਹੁਣ ਕੁਆਂਟਮ ਨੰਬਰ ਡਿਸਕਸ ਕਰਾਂਗੇ, ਉਹ ਹੈ ਪ੍ਰਿੰਸੀਪਲ ਕੁਆਂਟਮ ਨੰਬਰ, PAL ਹੈ। ਮੇਨ ਮਤਲਬ ਸਭ ਤੋਂ ਮੇਨ ਕੁਆਂਟਮ ਨੰਬਰ ਜਿਹੜਾ ਹੈ ਉਹਨੂੰ ਪ੍ਰਿੰਸੀਪਲ ਕੁਆਂਟਮ ਨੰਬਰ ਦਾ ਨਾਮ ਦਿੱਤਾ ਗਿਆ ਨੰਬਰ 1। ਐਨ ਦੇ ਨਾਲ ਇਹਨੂੰ ਡਿਨੋਟ ਕਰਦੇ ਹਾਂ, ਸਮੌਲ ਐਨ ਦੇ ਨਾਲ। ਦਿਸ ਕੁਆਂਟਮ ਨੰਬਰ ਡਿਟਰਮਿਨਸ ਦਾ ਮੇਨ એનર્ਜੀ ਲੈਵਲ ਔਰ એનર્ਜੀ ਸ਼ੈਲ ਇਨ ਵਿਚ ਦਾ ਇਲੈਕਟ੍ਰੋਨ ਇਜ਼ ਪ੍ਰੈਜ਼ੈਂਟ ਐਂਡ ਇਟ ਇਜ਼ ਡਿਨੋਟਡ ਬਾਈ ਐਨ। ਇਹ ਜਿਹੜਾ ਕੁਆਂਟਮ ਨੰਬਰ ਹੈ ਕਹਿੰਦੇ ਇਹ ਸਭ ਤੋਂ ਮੇਨ એનર્ਜੀ ਲੈਵਲ ਜਾਂ ਮੇਨ ਜਿਹੜਾ એનર્ਜੀ ਸ਼ੈਲ ਹੈ ਉਹਦੇ ਬਾਰੇ ਦਰਸਾਉਂਦਾ ਹੈ ਜਿਹਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦਾ ਹੈ। ਸੋ ਜੋ ਐਟਮ ਦੀ ਸਟਰਕਚਰ ਹੈ ਉਹਦੇ ਵਿੱਚ ਇਹ એનર્ਜੀ ਲੈਵਲਸ ਦੇ ਬਾਰੇ ਦੱਸਦਾ ਹੈ। ਜੇਕਰ ਐਨ ਦੀ ਵੈਲਿਊ 1 ਹੈ ਤਾਂ ਇਹਦਾ ਮਤਲਬ ਫਸਟ એનર્ਜੀ ਲੈਵਲ ਹੈ, ਐਨ ਦੀ ਵੈਲਿਊ 2 ਹੋ ਗਈ ਦਾ ਮਤਲਬ ਸੈਕੰਡ એનર્ਜੀ ਲੈਵਲ ਜਾਂ ਸੈਕੰਡ એનર્ਜੀ ਸ਼ੈਲ, ਐਨ ਦੀ ਵੈਲਿਊ 3 ਮੀਨਸ ਥਰਡ એનર્ਜੀ ਸ਼ੈਲ। ਇਟ ਕੈਨ ਨੈਕਸਟ ਇਸ ਤੋਂ ਬਾਅਦ it can have whole number values starting from 1। ਇੱਕ ਮਿੰਟ, ਇਹਦੇ 'ਚ ਇਹ ਚੀਜ਼ ਦੱਸੀ ਗਈ ਹੈ ਕਿ ਇਹਦੀਆਂ ਹੋਲ ਨੰਬਰ ਵੈਲਿਊਜ਼ ਨੇ ਜਿਹੜੀਆਂ 1 ਤੋਂ ਸਟਾਰਟ ਹੁੰਦੀਆਂ ਨੇ। ਇਟ ਕੈਨ ਹੈਵ ਹੋਲ ਨੰਬਰ ਵੈਲਿਊਜ਼ ਸਟਾਰਟਿੰਗ ਫਰੋਮ 1, ਦੈਟ ਇਜ਼ n ਇਜ਼ ਇਕੁਅਲ ਟੂ 1 2 3 4 5। ਸੋ ਜਿਵੇਂ ਆ ਸਾਡੇ ਕੋਲ ਸਟਰਕਚਰ ਹੈ ਐਟਮ ਦੀ, ਆ ਸੈਂਟਰ ਦੇ ਵਿੱਚ ਨਿਊਕਲੀਅਸ, ਇਹ n ਦੀ ਵੈਲਿਊ ਇੱਥੇ 1 ਹੈ ਫਸਟ એનર્ਜੀ ਲੈਵਲ। ਆ ਦੂਜਾ ਹੈ ਸਰਕੂਲਰ ਸ਼ੇਪ 'ਚ ਬਣਾ ਲੈਣਾ ਤੁਸੀਂ, n ਦੀ ਵੈਲਿਊ 2 ਸੈਕੰਡ એનર્ਜੀ ਲੈਵਲ, ਇੱਥੇ ਇਹ ਥਰਡ, n ਦੀ ਵੈਲਿਊ 3 ਥਰਡ એનર્ਜੀ ਲੈਵਲ, n ਦੀ ਵੈਲਿਊ 4 ਫੋਰਥ એનર્ਜੀ ਲੈਵਲ, ਹੋਰ ਹੋ ਗਿਆ ਫਿਫਥ એનર્ਜੀ ਲੈਵਲ, ਹੋਰ ਹੋ ਗਿਆ ਸਿਕਸਥ એનર્ਜੀ ਲੈਵਲ, ਇਸ ਤਰ੍ਹਾਂ। ਸੋ ਇਹ ਸਭ ਤੋਂ ਪਹਿਲਾਂ ਜੋ ਪ੍ਰਿੰਸੀਪਲ ਕੁਆਂਟਮ ਨੰਬਰ ਹੈ ਇਹ ਮੇਨ એનર્ਜੀ ਲੈਵਲ ਜਾਂ ਮੇਨ એનર્ਜੀ ਸ਼ੈਲ ਦੇ ਬਾਰੇ ਦੱਸਦਾ ਜਿਹਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦਾ। ਨੈਕਸਟ ਦੂਜੇ ਨੰਬਰ 'ਤੇ ਹੁਣ ਸਾਡੇ ਕੋਲ ਐਜ਼ੀਮੁਥਲ ਕੁਆਂਟਮ ਨੰਬਰ, ਜਿਹਨੂੰ ਐਲ ਦੇ ਨਾਲ ਡਿਨੋਟ ਕੀਤਾ ਜਾਂਦਾ। ਇਹ ਵੀ ਬਹੁਤ ਇੰਪੋਰਟੈਂਟ ਹੈ, ਇਸ 'ਤੇ ਬੇਸਡ ਟੌਪਿਕ ਜਿਹੜੇ ਆ ਕੁਐਸਚਨ ਸਾਨੂੰ ਪੇਪਰਾਂ 'ਚ ਵੀ ਆ ਜਾਂਦੇ ਜਾਂ ਕੰਪੀਟੀਸ਼ਨ 'ਚ ਵੀ ਆ ਜਾਂਦੇ ਆ। ਸੋ ਇਹਦੇ 'ਚ ਜੋ ਹੈ ਸਾਨੂੰ ਐਜ਼ੀਮੁਥਲ ਕੁਆਂਟਮ ਨੰਬਰ ਦੇ ਵਿੱਚ ਸਬ ਸ਼ੈਲ ਦੇ ਬਾਰੇ ਪਤਾ ਚੱਲਦਾ। ਇਹਦੇ 'ਚ એનર્ਜੀ ਲੈਵਲ ਜੋ ਮੇਨ એનર્ਜੀ ਲੈਵਲ ਹੈ ਉਸ એનર્ਜੀ ਲੈਵਲ ਦੇ ਵਿੱਚ ਜਿਹੜੇ ਸਬ એનર્ਜੀ ਲੈਵਲਸ ਨੇ ਜਾਂ ਸਬ એનર્ਜੀ ਸ਼ੈਲਸ ਨੇ ਜਾਂ ਜਿਨ੍ਹਾਂ ਨੂੰ ਸਿੰਪਲੀ ਸਬ ਸ਼ੈਲਸ ਕਿਹਾ ਜਾਂਦਾ ਉਹਨਾਂ ਦੇ ਬਾਰੇ ਪਤਾ ਚੱਲਦਾ ਸਾਨੂੰ ਐਜ਼ੀਮੁਥਲ ਕੁਆਂਟਮ ਨੰਬਰ ਤੋਂ। ਸੋ ਲਿਖਿਆ ਹੋਇਆ ਦਿਸ ਕੁਆਂਟਮ ਨੰਬਰ ਡਿਟਰਮਿਨਸ ਦਾ ਐਂਗੂਲਰ ਮੋਮੈਂਟਮ ਆਫ ਐਨ ਇਲੈਕਟ੍ਰੋਨ ਐਂਡ ਇਜ਼ ਨੋਨ ਐਜ਼ ऑर्बिटल ਐਂਗੂਲਰ ਮੋਮੈਂਟਮ ਐਂਡ ਇਜ਼ ਡਿਨੋਟਡ ਬਾਈ ਐਲ। ਸੋ ਇਹ ਐਂਗੂਲਰ ਮੋਮੈਂਟਮ ਜਿਹੜਾ ਇਲੈਕਟ੍ਰੋਨ ਦਾ ਉਹਦੇ ਬਾਰੇ ਦੱਸਦਾ ਹੈ। ਐਂਗੂਲਰ ਮੋਮੈਂਟਮ ਮੀਨਸ ਮਾਸ ਇਨਟੂ ਵੈਲੋਸਿਟੀ, ਉਹਨੂੰ ਐਂਗੂਲਰ ਮੋਮੈਂਟਮ ਜੋ ਹੈ ਮਾਸ ਵੈਲੋਸਿਟੀ ਇਨਟੂ ਰੇਡੀਅਸ, ਇਹਨੂੰ ਐਂਗੂਲਰ ਮੋਮੈਂਟਮ ਦਾ ਨਾਮ ਦਿੱਤਾ ਜਾਂਦਾ ਹੈ। ਸੋ ਮੀਨਸ ਮੇਨ ਇਹ ਹੈ ਕਿ ਇਹ ਸਬ ਸ਼ੈਲ ਦੇ ਬਾਰੇ ਦੱਸਦਾ ਜਿਹਦੇ ਵਿੱਚ ਇਲੈਕਟ੍ਰੋਨ ਅੱਗੇ ਪ੍ਰੈਜ਼ੈਂਟ ਹੁੰਦਾ ਜਾ ਕੇ। The value of L gives the subshell in a given principal energy shell to which an electron belongs।
ਕਹਿੰਦੇ ਐਲ ਦੀ ਵੈਲਿਊ ਜਿਹੜੀ ਹੈ ਉਹ ਮੇਨ ਜਿਹੜਾ એનર્ਜੀ ਲੈਵਲ ਹੈ ਉਹਦੇ ਵਿੱਚ ਸਬ ਸ਼ੈਲ ਦੇ ਬਾਰੇ ਦੱਸਦੀ ਹੈ ਕਿ ਮੇਨ એનર્ਜੀ ਲੈਵਲ ਦੇ ਵਿੱਚ ਕਿਹੜਾ ਸਬ ਸ਼ੈਲ ਹੈ। ਤੇ ਸਬ ਸ਼ੈਲਸ ਜਿਹੜੇ ਉਹਨਾਂ ਨੂੰ ਨਾਮ ਦਿੱਤੇ ਜਾਂਦੇ ਇਸ ਤਰ੍ਹਾਂ ਐਸ ਪੀ ਡੀ ਐਫ, ਤੇ ਇੱਥੇ ਵੀ ਲਿਖਿਆ ਹੋਇਆ ਐਂਡ ਇਟ ਕੈਨ ਹੈਵ ਪੋਜ਼ਿਟਿਵ ਵੈਲਿਊਜ਼ ਰੇਂਜਿੰਗ ਫਰੋਮ 0 to n-1। ਜਿਹੜੀਆਂ ਐਲ ਦੀਆਂ ਵੈਲਿਊਜ਼ ਹੁੰਦੀਆਂ ਨੇ ਉਹ 0 ਤੋਂ ਸਟਾਰਟ ਹੁੰਦੀਆਂ ਨੇ ਅਪ ਟੂ n-1 ਤੱਕ ਚਲੇ ਜਾਂਦੀਆਂ। ਮੀਨਸ ਜੇ n ਦੀ ਵੈਲਿਊ 1 ਹੈ ਤਾਂ l ਦੀ ਵੈਲਿਊ ਵੀ 1-1 0 ਹੋ ਜਾਣੀ ਹੈ। ਜੇ n ਦੀ ਵੈਲਿਊ 2 ਹੈ ਤਾਂ l ਦੀ ਵੈਲਿਊ 2-1 1 ਹੋ ਜਾਏਗੀ। ਇਸ ਤਰ੍ਹਾਂ ਹੁੰਦੀਆਂ ਇਹਦੀਆਂ ਵੈਲਿਊਜ਼। that is l is equal to 0 1 2 3 4 up to n-1। ਸੋ ਕਿ ਦਿੱਤਾ ਹੋਇਆ for n is equal to 1 l is equal to 0 ਹੋ ਗਿਆ, ਤੁਹਾਨੂੰ ਦੱਸਿਆ ਇੱਥੇ 1-1 0, ਤੇ n is equal to 2 ਤਾਂ l is equal to 1 ਹੋ ਗਿਆ। ਇੱਥੇ ਓਬਲੀਕ ਪਾ ਕੇ ਨਾਲ ਓਬਲੀਕ ਪਾ ਕੇ ਦੱਸਿਆ ਹੋਇਆ ਕਿ ਜੇ l ਦੀ ਵੈਲਿਊ 0 ਹੋਵੇ ਤਾਂ s ਸਬ ਸ਼ੈਲ ਹੁੰਦਾ। ਆ ਵੀ ਓਬਲੀਕ ਹੈ, ਇੱਥੇ ਪਾਉਣ ਦੀ ਵੈਸੇ ਜ਼ਰੂਰਤ ਨਹੀਂ ਹੈ, ਇਹ ਓਬਲੀਕ ਪਾਏ ਹੋਏ ਆ ਇੱਥੇ ਇਸ ਤਰ੍ਹਾਂ। ਇਹਦੇ ਬਾਰੇ ਆ ਨੈਕਸਟ ਨੀਚੇ ਟੇਬਲ ਦਿੱਤਾ ਹੋਇਆ। ਵੈਸੇ n ਦੀ ਵੈਲਿਊ 3 ਹੋਵੇ ਤਾਂ l is equal to 2, ਕਿਉਂਕਿ 3-1 2 ਆ ਗਿਆ। n ਦੀ ਵੈਲਿਊ 4 ਲੈ ਲਈਏ, 4-1 ਤਾਂ l ਦੀ ਵੈਲਿਊ 3 ਆ ਗਈ। ਸੋ ਨੀਚੇ ਦੱਸਿਆ ਹੋਇਆ ਇੱਥੇ ਕਿ ਵੈਲਿਊ ਆਫ l ਸਬ ਸ਼ੈਲ ਡੈਜ਼ਿਗਨੇਸ਼ਨ। ਆ l ਦੀਆਂ ਵੈਲਿਊਜ਼ ਨੇ, ਇਹਨਾਂ ਦੇ ਅਕੋਰਡਿੰਗ ਕਿਹੜੇ ਕਿਹੜੇ ਸਬ ਸ਼ੈਲ ਜਿਹੜੇ ਉਹਨਾਂ ਨੂੰ ਨਾਮ ਦਿੱਤੇ ਜਾਂਦੇ ਆ। ਜੇ l ਦੀ ਵੈਲਿਊ 0 ਹੋਵੇ ਤਾਂ s ਸਬ ਸ਼ੈਲ, l ਦੀ ਵੈਲਿਊ 1 p ਸਬ ਸ਼ੈਲ, l ਦੀ ਵੈਲਿਊ 2 d ਸਬ ਸ਼ੈਲ, l ਦੀ ਵੈਲਿਊ 3 f ਸਬ ਸ਼ੈਲ। ਸੋ ਉਹੀ ਇੱਥੇ ਓਬਲੀਕ ਪਾ ਕੇ ਦੱਸੇ ਹੋਏ ਆ, ਬਟ ਇੱਥੇ ਲਿਖਣ ਦੀ ਜ਼ਰੂਰਤ ਨਹੀਂ ਹੈ। ਇੱਥੇ ਸਿੰਪਲੀ ਲਿਖੋ ਤੁਸੀਂ n is equal to 1 ਤਾਂ ਕੌਮਾ ਪਾ ਕੇ l is equal to 0। ਜੇ n is equal to 2 ਹੈ ਤਾਂ l is equal to 1, n is equal to 3 ਹੈ ਤਾਂ l is equal to 2, ਜੇ n is equal to 4 ਹੈ ਤਾਂ l is equal to 3 ਹੈ। ਸੋ ਇਹ ਸਬ ਸ਼ੈਲ ਡੈਜ਼ਿਗਨੇਸ਼ਨ ਹੋ ਗਈ। ਇਸ ਤੋਂ ਬਾਅਦ ਅੱਗੇ ਇਹ ਵੀ ਚੀਜ਼ ਦੱਸੀ ਗਈ ਹੈ, ਇਟ ਇਜ਼ ਆਲਸੋ ਗਿਵਨ ਦੈਟ ਦ ਵੈਲਿਊਜ਼ ਆਫ l ਰੇਂਜਸ ਫਰੋਮ 0 to n-1। ਕਹਿੰਦੇ ਇਹ ਚੀਜ਼ ਵੀ ਸਾਨੂੰ ਗਿਵਨ ਹੈ ਕਿ ਜਿਹੜੀਆਂ l ਦੀਆਂ ਵੈਲਿਊਜ਼ ਨੇ ਉਹਨਾਂ ਦੀ ਰੇਂਜ ਹੁੰਦੀ ਹੈ 0 ਤੋਂ ਲੈ ਕੇ n-1 ਤੱਕ। ਰੇਂਜਿੰਗ ਲਿਖਿਆ ਹੋਇਆ ਕਿ ਰੇਂਜ ਹੈ ਇਹਦੀ 0 ਤੋਂ ਲੈ ਕੇ n-1 ਤੱਕ। ਇੱਥੇ ਬ੍ਰੈਕਟ ਦੇ ਵਿੱਚ ਪਾ ਲਈ ਆਪਾਂ ਇਹਨੂੰ। ਸੋ ਇਟ ਮੀਨਸ ਦੈਨ ਫॉर n is equal to 0, ਜੇ n ਦੀ ਵੈਲਿਊ 0 ਹੋਵੇ ਤਾਂ ਫਿਰ l ਦੀ ਵੈਲਿਊ 0 to n-1। ਹੁਣ n ਦੀ ਵੈਲਿਊ 0 ਹੈ ਤਾਂ ਇਟ ਮੀਨਸ 0 to 0। ਸੋ 0 ਤੋਂ ਲੈ ਕੇ 0 ਤੱਕ ਵੈਲਿਊਜ਼ ਆ ਗਈਆਂ ਇਹਦੀਆਂ। ਸੋ 0 ਤੋਂ 0 ਤੱਕ ਤਾਂ ਇਹਦਾ ਮਤਲਬ l ਦੀ ਵੈਲਿਊ ਸਿਰਫ 0 ਹੀ ਹੈ। ਸੋ n is equal to ਇੱਥੇ ਸੌਰੀ 0 ਨਹੀਂ ਹੈ, n is equal to 0 ਤਾਂ ਕੋਈ ਵੈਲਿਊ ਹੈ ਨਹੀਂ ਇਹਦੇ 'ਚ, ਇੱਥੇ ਗਲਤ ਹੈ ਇਹ। ਆ ਫਸਟ ਇਹਦੇ 'ਚ ਤੁਸੀਂ ਕੱਟ ਦੇਣਾ, ਇਹ ਆ ਲਾਈਨ ਕੱਟ ਦੇਣੀ ਇਹਦੇ 'ਚ n is equal to 1, ਕਿਉਂਕਿ ਪ੍ਰਿੰਸੀਪਲ ਕੁਆਂਟਮ ਨੰਬਰ ਇਹਦੀਆਂ ਵੈਲਿਊਜ਼ n is equal to 1 ਤੋਂ ਹੀ ਸਟਾਰਟ ਹੁੰਦੀਆਂ। ਇਹ ਤੋਂ ਬਾਅਦ ਆ ਡਾਇਰੈਕਟਲੀ ਆ ਲਿਖ ਦੇਣਾ ਦੈਨ ਫॉर n is equal to 1 l is equal to 0 to 0 ਹੋ ਗਿਆ, 0 to n-1 ਮਤਲਬ n-1 1-1 0। ਜੇ n ਦੀ ਵੈਲਿਊ 1 ਹੋਵੇ ਤਾਂ l ਦੀ ਵੈਲਿਊ 0 ਹੁੰਦੀ ਹੈ। 0 ਵੀ ਇੱਕ ਵੈਲਿਊ ਹੈ, ਕਿਉਂਕਿ ਜੇ 0 ਹੈ l ਦੀ ਵੈਲਿਊ ਤਾਂ ਉਹ s ਸਬ ਸ਼ੈਲ ਹੁੰਦਾ ਹੈ। ਇਸੇ ਤਰ੍ਹਾਂ ਜੇ n is equal to 2 ਹੈ ਤਾਂ l is equal to 0 to 2-1 ਆ ਲਿਖਿਆ ਹੋਇਆ ਨਾ, 0 to n-1 means 0 to 2-1। ਸੋ 2-1 means 1 ਰਹਿ ਗਿਆ। ਸੋ ਜੇ n ਦੀ ਵੈਲਿਊ 2 ਹੈ ਤਾਂ l ਦੀ ਵੈਲਿਊ 0 ਤੇ 1, ਕਿਉਂਕਿ 0 to 1 ਹੋ ਗਿਆ ਤਾਂ ਇਹਦਾ ਮਤਲਬ ਇੱਕ 0 ਹੈ ਇੱਕ 1 ਵੈਲਿਊ ਹੈ। ਇਸੇ ਤਰ੍ਹਾਂ ਨੈਕਸਟ ਅੱਗੇ also for n is equal to 3 l is equal to 0 to 3-1 means 0 to 2 तक आ गई वैल्यू। तो 0 to 2 means l is equal to 0 1 2, क्योंकि 0 तो लैके 2 ਦੇ ਵਿਚਕਾਰ ਇੱਕ ਵੀ ਆਉਂਦਾ। ਸੋ ਰੇਂਜ ਹੈ ਨਾ ਕਿ 0 ਤੋਂ ਲੈ ਕੇ 2 ਤੱਕ। ਇਟ ਮੀਨਸ ਜਿਹੜੀਆਂ ਬਾਕੀ ਵੀ ਪੋਜ਼ਿਟਿਵ ਇੰਟੀਜਰਸ ਜਿਹੜੇ ਹੋਲ ਨੰਬਰ ਆਉਂਦੇ ਉਹ ਵੀ ਲਿਖਣੇ ਵਿੱਚ। 0 to 2 ਤੱਕ ਮੀਨਸ 0 1 2, ਮਤਲਬ n ਦੀ ਵੈਲਿਊ 3 ਹੈ ਤਾਂ l ਦੀਆਂ ਵੀ 3 ਵੈਲਿਊਜ਼ ਨੇ। ਇਸੇ ਤਰ੍ਹਾਂ ਇੱਥੇ ਵੀ ਸੀ ਕਿ ਜੇ n ਦੀ ਵੈਲਿਊ 2 ਹੈ ਤਾਂ l ਦੀਆਂ ਵੀ 2 ਵੈਲਿਊਜ਼ ਨੇ 0 ਤੇ 1। ਇਸੇ ਤਰ੍ਹਾਂ n is equal to 4 ਤਾਂ l is equal to 0 to 4-1 means 0 to 3। So 0 to 3 means l is equal to 0 1 2 3,
4 वैल्यूज़ हो गई है एल एन की वैल्यू 4 तो एल दियाँ भी 4 वैल्यूज़। तो ये जो डिफरेंट वैल्यूज़ आईयां इन्हां दे लई सब शैल डेजिग्नेशन जिहड़ी है कि किहड़ा सब शैल होएगा प्रिंसीपल क्वांटम नंबर दे नाल जोड़ के वो भी अगे एक टेबल दे विच दिते हुए है। द डिफरेंट सब शैल्स आर रिप्रजेंटेड बाय फर्स्ट राइटिंग द वैल्यू ऑफ n एंड द लैटर डेजिग्नेशन फॉर द वैल्यू ऑफ l। सो पहला कहते n की वैल्यू लिखी जाती है जो सब शैल दसना होवे ते फिर उहदे नाल l की वैल्यू दसी जाती है, दैट इज़ S P D एंड F कि सब शैल L दियाँ वैल्यूज़ आही है साडे कोल कि S ऑर्बिटल है या P है या D है या F है, ऑर्बिटल नहीं सॉरी सब शैल, एंड इट इज़ शोन इन द टेबल एज। तो इत्थे फिर ये एक टेबल बना के दसिया होया कि किवें N ते L दियाँ वैल्यूज़ दे नाल सब शैल किवें जिहड़े आ वो बनदे है। सो आ टेबल है 4 कॉलम ये बना ले। सब तो पहला वैल्यू ऑफ N, फिर वैल्यू ऑफ L, सब शैल डेजिग्नेशन ते नंबर ऑफ सब शैल्स। हुण n की वैल्यू 1, जे n की वैल्यू 1 होवे तो l की वैल्यू 0 है क्योंकि इत्थों तुसीं लिया कि जे n की वैल्यू 1 है तो l इज़ इक्वल टू 0। सो इट मीनस जे n की वैल्यू 1 है l की 0 है तो इट मीनस 1 n की वैल्यू के करके 1 लिख लिया मोरे, तो l की वैल्यू 0 के करके सब शैल भी तुसीं इत्थे पढ़िया किहड़ा हुंदा है कि जे l की वैल्यू 0 है तो S सब शैल। सो इट मीनस इत्थे आ गया 1S सब शैल आ गया है, तो नंबर ऑफ सब शैल इक्को ही है। जे n की वैल्यू 2 होवे तो l दियाँ भी 2 वैल्यूज़ लिखियां तुसीं, एक 0 तो एक 1 लिखी है। हुण जे n की वैल्यू 2 है तो इत्थे पहलां तो अगे सब शैल 2 पा लिया इधर, l की वैल्यू 0 तो S सब शैल, l की वैल्यू 1 तो P सब शैल, क्योंकि इत्थे तुसीं लिख लिया कि जे l की वैल्यू 0 है तो S सब शैल, l की वैल्यू 1 है तो P सब शैल। सो इस तरह इत्थे फिर 2 सब शैल आ गए इहदे विच 2S ते 2P, 2 लिख लिया। इस तरह n की वैल्यू 3 होवे तो l दियाँ भी 3 वैल्यूज़ ने 0 1 2 लिखियां तुसीं इत्थे l दियाँ वैल्यूज़ 0 1 2 सो लिख लियां। इस तरह आ प्रिंसीपल क्वांटम नंबर n 3 ला लिया 3 3 3। हुण जे 0 होवे l की वैल्यू तो S सब शैल, 1 होवे तो P सब शैल, 2 होवे तो D सब शैल। सो इस तरह ये 3 सब शैल आ गए n की वैल्यू 3 दे विच। सो टोटल नंबर ऑफ सब शैल 3 हो गए। n की वैल्यू 4 होवे तो l दियाँ भी 4 वैल्यूज़ होंदियां ने 0 1 2 3। सो इस तरह प्रिंसीपल क्वांटम नंबर 4 लगा लिया सारे दे अगे। सो 0 वैल्यू है l की तो S, 1 है तो P, 2 है तो D, 3 है तो F। सो टोटल नंबर ऑफ सब शैल ये 4 आ गए। सो इस तरह ये टेबल जो है तुसीं याद रखना है, ये तुहाडे काम आएगा ये। सो ये हो गया साडे कोल सैकेंड क्वांटम नंबर जिन्हों एजीमुथल क्वांटम नंबर का नाम दिता जाता है। सो अज दे लई तुहाडा इन्ना ही टॉपिक सही है। नैक्सट टॉपिक जो है तुहाडा वो नैक्सट वीडियो दे विच आपां डिस्कस करांगे। थैंक यू।